ਜਿਹੜੀ ਇੱਕ ਵੈਸਟਰਨ ਕਲਚਰ ਸਾਡੇ 'ਚ ਆ ਗਿਆ, ਜਿਹਨੂੰ ਅਸੀਂ ਗੇ ਕਹਿੰਦੇ ਆ, ਲੈਸਬੀਅਨ ਕਹਿੰਦੇ ਆ। ਔਰਤਾਂ ਲੈਸਬੀਅਨ ਕਹਿੰਦੀਆਂ ਨੇ ਅਤੇ ਮੁੰਡਿਆਂ ਦੇ ਵਿੱਚ ਉਹ ਗੇ ਕਹਿੰਦੇ ਨੇ। ਉਹ ਵੈਸਟਰਨ ਕਲਚਰ ਹੈ। ਇਸ ਮਾਝੇ ਦੀ ਧਰਤੀ 'ਤੇ ਇਤਿਹਾਸ 'ਚ ਪਹਿਲੀ ਦਫਾ ਹੋਇਆ ਕਿ ਵੈਸਟਰਨ ਕਲਚਰ ਦਾ ਨਮੂਨਾ ਸਾਨੂੰ ਸ਼ਰੇਆਮ ਦੇਖਣ ਨੂੰ ਮਿਲਿਆ। ਅਤੇ ਮਾਝੇ ਦੀ ਧਰਤੀ ਜਿਹੜੀ ਸੂਰਬੀਰ ਬਹਾਦਰਾਂ ਦੀ ਧਰਤੀ ਸੀ, ਅੱਜ ਉਹ ਧਰਤੀ ਨਾਮਰਦ ਅਤੇ ਬੁਜ਼ਦਲਾਂ ਦੇ ਨਾਲ ਭਰੀ ਪਈ। ਸੰਤ ਗਿਆਨੀ ਭਿੰਡਰਾਂਵਾਲੇ ਜਿਹੜੇ ਕਿ ਮੇਰੇ ਖਿਆਲ ਮਾਲਵੇ ਸੀ ਜੀ, ਤੇ ਉਹ ਵੀ ਇੱਥੇ ਆਏ ਨੇ। ਮਾਝੇ 'ਚ ਹੀ ਕਿਉਂ ਡੇਰੇ ਲੱਗਦੇ ਨੇ ਨਾ? ਕਿਉਂਕਿ ਜਿਹੜੇ ਮਾਝੇ ਵਾਲੇ ਨੇ ਇਹ ਅਸਲ ਦੇ ਵਿੱਚ ਕਮਾਂਡੋ ਵਾਰ ਇਹਨਾਂ ਦੇ ਵਿੱਚ ਸ਼ੁਰੂ ਤੋਂ ਹੀ ਹੈ, ਕੁਦਰਤੀ ਹੈ, ਜਿਹਨੂੰ ਅਸੀਂ ਕਮਾਂਡੋ ਯੁੱਧ ਕਹਿੰਦੇ ਆ, ਜਿਹਨੂੰ ਅਸੀਂ ਜਿਹੜੇ ਮਰੀਨਸ ਕਹਿੰਦੇ ਆ ਇੰਗਲਿਸ਼ ਦੇ ਵਿੱਚ। ਪਰ ਕਮਾਂਡੋ ਟ੍ਰੇਨਿੰਗ ਇਹਨਾਂ ਦੇ ਵਿੱਚ ਕੁਦਰਤੀ ਹੈ। ਇਸ ਕਰਕੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਇੱਥੇ ਮਾਝੇ ਦੀ ਧਰਤੀ ਦੇ ਵਿੱਚੋਂ ਰਾਜ ਸਥਾਪਿਤ ਕੀਤਾ। ਉਹਦਾ ਕਾਰਨ ਸਭ ਤੋਂ ਵੱਡਾ ਇਹ ਸੀ ਕਿ ਵੀ ਸਭ ਤੋਂ ਵੱਡਾ ਅਕਾਲ ਦਾ ਤਖਤ ਇਸ ਮਾਝੇ ਦੀ ਧਰਤੀ ਹੈ। ਅਤੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਇੱਥੇ ਆ ਕੇ ਰਾਜ ਸਥਾਪਿਤ ਕੀਤਾ। ਸਿੱਖਾਂ ਨੂੰ ਦੱਸਿਆ ਕਿ ਵੀ ਇਹਨਾਂ ਮਝੈਲਾਂ ਦੇ ਕੋਲ ਜੇਕਰ ਕੋਈ ਚੀਜ਼ ਹੈਗੀ ਹੈ, ਉਹ ਸਿਰਫ ਦੰਗਾ ਕਰਨ ਦੀ ਬਿਰਤੀ ਹੈ, ਅਤੇ ਇਹੀ ਤੁਹਾਨੂੰ ਜਿੱਤ ਪ੍ਰਾਪਤ ਕਰਾ ਸਕਦੇ ਨੇ, ਹੋਰ ਕੋਈ ਨਹੀਂ ਕਰਾ ਸਕਦਾ। ਹਮੇਸ਼ਾ ਮਾਝੇ ਦੀ ਧਰਤੀ ਨੂੰ ਹਮਲਾਵਰਾਂ ਦੀ ਧਰਤੀ ਕਿਉਂ ਕਿਹਾ ਜਾਂਦਾ? ਹਮਲਾਵਰਾਂ ਦਾ ਗੜ੍ਹ ਅਸੀਂ ਇਸ ਕਰਕੇ ਕਹਿੰਦੇ ਆ ਕਿ ਇੱਥੋਂ ਹਮਲਾਵਰਾਂ ਨੂੰ ਸੌਖਾ ਸੀ ਦਿੱਲੀ ਤੱਕ ਜਾਣ ਦਾ। ਤੇ ਭਾਊ ਸ਼ਬਦ ਸਾਨੂੰ ਮਿਲਿਆ ਕਿ ਇਹਦਾ ਭਾਵ ਕੀ? ਭਾਊ ਸ਼ਬਦ ਤੋਂ ਭਾਵ ਇਹ ਆ ਕਿ ਵੀ ਨਾ ਡਰਨ ਵਾਲੇ ਵੱਡੇ ਭਰਾ ਨੇ। ਜਿਹੜਾ ਮਾਝਾ ਹੈ ਉਹ ਸੂਰਬੀਰ ਬਹਾਦਰਾਂ ਦਾ ਅਤੇ ਜੰਗਾਂ ਦੇ ਵਿੱਚ ਸਭ ਤੋਂ ਅੱਗੇ ਹੋ ਕੇ ਲੜਨ ਵਾਲੇ ਸਾਰੇ ਭਾਊ ਨੇ ਮਾਝੇ ਦੇ, ਜਿਨ੍ਹਾਂ ਨੂੰ ਕੋਈ ਅੱਜ ਤੱਕ ਹਰਾ ਨਹੀਂ ਸਕਿਆ। ਜਿੰਨੇ ਹੈਰਾਨ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਦੇ ਮੂੰਹ ਅੱਜ ਵੀ ਕਬਰਾਂ ਦੇ ਵਿੱਚ ਪਏ ਨੇ, ਜਾ ਕੇ ਵੇਖ ਸਕਦੇ। ਭਾਊ ਸ਼ਬਦ ਲੰਘ ਗਿਆ, ਮਾਝਾ ਸ਼ਬਦ ਲੰਘ ਗਿਆ, ਮਝੈਲ ਸ਼ਬਦ ਲੰਘ ਗਿਆ, ਪਰ ਇਹਨਾਂ ਸਾਰਿਆਂ ਦਾ ਜੋੜ ਇੱਕੋ ਹੀ ਨਿਕਲਦਾ, ਦੰਗਾ। ਦੰਗਾ ਸ਼ਬਦ ਤੋਂ ਕੀ ਭਾਵ? ਦੰਗੇ ਤੋਂ ਭਾਵ ਕਿ ਜਿਹੜੇ ਬਹੁਤਾ ਸੋਚ ਵਿਚਾਰ ਨਹੀਂ ਕਰਦੇ, ਸਿੱਧਾ ਜਾ ਕੇ ਦੰਗਾ ਕਰ ਆਉਂਦੇ ਆ ਅਤੇ ਫਿਰ ਆ ਕੇ ਫਤਿਹ ਗਜਾਉਂਦੇ ਆ ਕਿ ਲਓ ਵੀ ਅਸੀਂ ਕੰਮ ਕਰਤਾ, ਅਸੀਂ ਬਹੁਤਾ ਸੋਚ ਵਿਚਾਰ ਨਹੀਂ ਕਰਦੇ। ਮਾਝੇ ਵਾਲੇ ਇੰਨੀ ਸੋਚ ਵਿਚਾਰ ਕਿਉਂ ਨਹੀਂ ਕਰਦੇ? ਮਾਝੇ ਵਾਲੇ ਇਸ ਕਰਕੇ ਸੋਚ ਵਿਚਾਰ ਨਹੀਂ ਕਰਦੇ, ਉਹ ਨਾ ਵਕਤ ਜ਼ਾਇਆ ਨਹੀਂ ਕਰਨਾ ਚਾਹੁੰਦੇ। ਉਹਨਾਂ ਦੇ ਮਨ ਦੇ ਵਿੱਚ ਇਹੀ ਰਹਿੰਦਾ ਕਿ ਵੀ ਅਸੀਂ ਇਹਨਾਂ ਸੂਰਬੀਰ ਬਹਾਦਰਾਂ ਦੀ ਧਰਤੀ ਦੇ ਉੱਤੇ ਜਨਮ ਲਿਆ, ਅਤੇ ਸਾਨੂੰ ਕੋਈ ਸਾਹਮਣੇ ਟੱਕਰਨ ਵਾਲਾ ਕੋਈ ਸਾਨੂੰ ਕੁਝ ਕਹਿ ਕੇ ਜਾਵੇ ਤੇ ਜਾਵੇ ਕਿੱਥੇ। ਅਤੇ ਜੇਕਰ ਸੂਰਬੀਰ ਬਹਾਦਰਾਂ ਦੀ ਗੱਲ ਆਉਂਦੀ ਹੈ, ਜਰਨੈਲਾਂ ਦੀ ਗੱਲ ਆਉਂਦੀ, ਚਾਹੇ ਰਾਜਨੀਤੀ ਦੇ ਵਿੱਚ, ਉਹ ਜਰਨੈਲ ਮਾਝੇ ਦੀ ਧਰਤੀ ਤੋਂ ਆਉਂਦੇ ਨੇ, ਕਿਉਂਕਿ ਉਹਨਾਂ ਦੀ ਸੋਚ ਜਿਹੜੀ ਹੈ ਉਹ ਰਾਜਨੀਤੀ ਵਾਲੀ ਹੁੰਦੀ ਹੈ ਅਤੇ ਪੂਰੀ ਜੰਗਜੂ ਸੋਚ ਅਸੀਂ ਕਹਿ ਸਕਦੇ ਹਾਂ। ਮਝੈਲਾਂ ਦੀ ਜਿਹੜੀ ਸੱਟ ਹੈ ਬੜੀ ਡੂੰਘੀ ਵੱਜਦੀ ਹੈ। ਜਦ ਮੱਸੇ ਰੰਗੜ ਨੇ ਅੰਦਰ ਬੇਦਬੀ ਕੀਤੀ ਹੈ ਅਤੇ ਸੁੱਖਾ ਸਿੰਘ ਮਤਾਬ ਸਿੰਘ ਹੋਰਾਂ ਨੇ ਜਕਾਰੇ ਛੱਡ ਕੇ ਦੋਵਾਂ ਜਣਿਆਂ ਨੇ ਜਾ ਕੇ ਉਹਦਾ ਸਿਰ ਨੇਜਿਆਂ 'ਤੇ ਟੰਗ ਕੇ ਲਿਆਂਦਾ ਅਤੇ ਬਾਹਰ ਆ ਕੇ ਫਤਿਹ ਗਜਾਈ ਹੈ। ਕਿਉਂਕਿ ਬਾਹਰ ਆ ਕੇ ਫਤਿਹ ਗਜਾਈ ਹੈ ਅਤੇ ਫਿਰ ਲੋਕਾਂ ਨੇ ਕਿਹਾ ਵੇਖੋ ਮਝੈਲਾਂ ਨੇ ਉਹਦਾ ਸਿਰ ਵੱਢ ਕੇ ਲੈਂਦਾ, ਮੱਸੇ ਰੰਗੜ ਦੀਆਂ ਬੇਗਮਾਂ ਨੂੰ ਰੰਡੀਆਂ ਕਰ ਦਿੱਤਾ। ਅਤੇ ਜਿਤਨੇ ਵੀ ਦੁਸ਼ਟਾਂ ਦੀਆਂ ਬੇਗਮਾਂ ਨੂੰ ਰੰਡੀਆਂ ਸਭ ਤੋਂ ਜ਼ਿਆਦਾ ਮਝੈਲਾਂ ਨੇ ਕੀਤਾ, ਹੋਰ ਕਿਸੇ ਨੇ ਨਹੀਂ ਕੀਤਾ। ਸ਼੍ਰੀ ਰਾਮਚੰਦਰ ਜੀ ਦੇ ਪੁੱਤਰ ਲਵ ਤੇ ਕੁਛ ਵੀ ਇੱਥੇ ਦੇ ਹੋਏ ਆ, ਇਹ ਵੀ ਤੁਹਾਨੂੰ ਮੈਂ ਦੱਸਾਂ। ਵਾਲਮੀਕੀ ਜੀ ਜਿਹੜੇ ਹੋਏ ਉਹ ਵੀ ਮਾਝੇ ਦੇ ਹੋਏ ਆ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ 7 ਪਾਤਸ਼ਾਹੀਆਂ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਦੇਖੋ ਇਹ ਸਭ ਮਾਝੇ ਦੀ ਧਰਤੀ 'ਤੇ ਆਏ ਆ। ਅਤੇ ਬਾਅਦ ਵਿੱਚ ਆ ਜਾਈਏ ਸ਼ਹੀਦਾਂ ਸਿੰਘਾਂ ਦੀ ਗੱਲ। ਸਿਰਮੌਰ ਸ਼ਹੀਦ ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ, ਜਿਹੜੇ ਸੀਸ ਤਲੀ 'ਤੇ ਧਰ ਕੇ ਲੜੇ, ਬਾਰ-ਬਾਰ ਅਬਦਾਲੀ ਨੂੰ ਉਹਨਾਂ ਨੇ ਅੱਗੇ ਲਾ ਕੇ ਭਜਾਇਆ ਅਤੇ ਬਾਰ-ਬਾਰ ਪਠਾਨਾਂ ਨੂੰ ਸਲਵਾਰਾਂ ਪਵਾਈਆਂ। ਅਸੀਂ ਉਹਨਾਂ ਦਾ ਨਾਂ ਜਦ ਲੈਂਦੇ ਹਾਂ ਅਤੇ ਬੁਜ਼ਦਲ ਕਬਰਾਂ ਦੇ ਵਿੱਚੋਂ ਉੱਡ ਕੇ ਜਿਹੜੇ ਮੁਰਦੇ ਨੇ ਉਹਨਾਂ ਦੇ ਵਿੱਚ ਵੀ ਜਾਨ ਪੈ ਜਾਂਦੀ ਹੈ ਅਤੇ ਮਾਸ ਚੜ੍ਹ ਜਾਂਦਾ, ਅਤੇ ਮੁੜ ਉਹ ਘੋੜਸਵਾਰੀ ਕਰਕੇ ਉਹ ਜੰਗ ਦੇ ਮੈਦਾਨ ਦੇ ਵਿੱਚ ਜੂਝਣਾ ਚਾਹੁੰਦੇ ਨੇ। ਬਾਬਾ ਦੀਪ ਸਿੰਘ। ਮਾਝੇ ਦੀ ਧਰਤੀ ਸੂਰਵੀਰ, ਮਹਾਵੀਰ ਤੇ ਬਹਾਦਰਾਂ ਦੀ ਧਰਤੀ ਮੰਨੀ ਜਾਂਦੀ ਹੈ। ਅੱਜ ਵੀ ਸਾਨੂੰ ਬੜਾ ਮਾਣ, ਫਕਰ ਮਹਿਸੂਸ ਹੁੰਦਾ ਹੈ ਕਿ ਅਸੀਂ ਮਾਝੇ ਦੀ ਧਰਤੀ ਤੇ ਜਨਮ ਲਿਆ। ਕਿਹੜੇ ਯੋਧੇ ਰਹੇ ਨੇ, ਕਿਹੜੇ ਸਿਰ ਲੱਥ ਯੋਧੇ ਨੇ ਜਿਨ੍ਹਾਂ ਕਰਕੇ ਸਾਨੂੰ ਮਾਣ ਮਹਿਸੂਸ ਹੁੰਦਾ, ਕਿਹੜੀਆਂ ਜੰਗਾਂ ਜਿੱਤੀਆਂ ਨੇ। ਕਿਉਂਕਿ ਮਝੈਲਾਂ ਦੇ ਖੂਨ ਦੇ ਵਿੱਚ ਇੱਕ ਐਸੀ ਗੁੜਤੀ ਹੈ ਕਿ ਹਮੇਸ਼ਾ ਅਸੀਂ ਮਾਝੇ ਦਾ ਨਾਂ ਲੈਂਦੇ ਹੀ ਸਾਨੂੰ ਇੱਕ ਜੋਸ਼ ਆ ਜਾਂਦਾ ਕਿ ਅਸੀਂ ਜੰਗਾਂ ਲੜੀਆਂ ਨੇ, ਸਾਡੇ ਜਿਹੜੇ ਸੂਰਵੀਰ ਰਹੇ ਨੇ, ਜਿਨ੍ਹਾਂ ਕਰਕੇ ਸਾਨੂੰ ਮਾਣ ਮਹਿਸੂਸ ਹੁੰਦਾ। ਤਾਂ ਗੱਲਬਾਤ ਕਰਨ ਲਈ ਸਾਡੇ ਨਾਲ ਭਾਈ ਮਨਪ੍ਰੀਤ ਸਿੰਘ ਮੌਜੂਦ ਨੇ। ਤਾਂ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਸਾਡੇ ਚੈਨਲ 'ਤੇ। ਪਹਿਲੀ ਗੱਲ ਤਾਂ ਮੈਂ ਗੁਰੂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਾਂਗਾ, ਕਿਉਂਕਿ ਮਾਝੇ ਦੇ ਇਲਾਕੇ ਤੋਂ ਫਤਿਹ ਦਾ ਜਵਾਬ ਸਿੰਘ ਫਤਿਹ ਨਾਲ ਹੀ ਦਿੰਦੇ ਆ। ਮਝੈਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਉਸ ਇਲਾਕੇ ਦੇ ਵਿੱਚ ਬੈਠੇ ਹਾਂ ਜਿੱਥੇ ਰਾਵੀ ਤੇ ਬਿਆਸ ਵਰਗੇ ਦਰਿਆ ਜਿੱਥੇ ਬੜੇ ਪਾਣੀ ਦੇ ਨਾਲ ਵਗਦੇ ਨੇ ਤੇ ਪਾਣੀ ਨਾਲੋਂ ਜ਼ਿਆਦਾ ਉਹਨਾਂ ਦਰਿਆਵਾਂ ਦੇ ਵਿੱਚ ਉਹਨਾਂ ਸ਼ਹੀਦਾਂ ਦਾ ਲਹੂ ਬਹਿ ਰਿਹਾ, ਜਿਹੜਾ ਅੱਜ ਵੀ ਸਾਨੂੰ ਆਵਾਜ਼ਾਂ ਮਾਰ ਰਿਹਾ ਉੱਚੀ ਉੱਚੀ ਕਿ ਅਸੀਂ ਮਾਝੇ ਦੇ ਮਝੈਲ ਹਾਂ। ਤੇ ਅਸੀਂ ਜਦ ਮਾਝੇ ਦੇ ਮਝੈਲ ਹਾਂ ਤੇ ਫਿਰ ਐਸੀ ਸਾਡੇ ਖੂਨ ਦੇ ਵਿੱਚ ਦਲੇਰੀ ਤੇ ਸੂਰਮਤਾਈ ਹੈ ਜਿਹੜੀ ਅੱਜ ਅਸੀਂ ਭੁੱਲ ਚੁੱਕੇ ਹਾਂ ਤੇ ਬੁਜ਼ਦਲੀ ਸਾਡੇ ਦਿਲ ਦੇ ਵਿੱਚ ਕਿਨਾਰਾ ਕਰ ਗਈ ਹੈ। ਪਹਿਲਾਂ ਤਾਂ ਇਹ ਸੂਰਬੀਰ ਬਹਾਦਰਾਂ ਦੀ ਧਰਤੀ ਹੈ। ਉਸ ਤੋਂ ਪਹਿਲਾਂ ਇਸ ਧਰਤੀ ਨੂੰ 7 ਪਾਤਸ਼ਾਹੀਆਂ ਦੀ ਸ਼ੋਅ ਪ੍ਰਾਪਤ ਹੈ, ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ 7 ਪਾਤਸ਼ਾਹੀਆਂ ਤੱਕ। ਤਾਂ ਕਰਕੇ ਇਸ ਮਾਝੇ ਦੀ ਜ਼ਰਖੇਜ਼ ਧਰਤੀ ਦੇ ਉੱਤੇ ਸਭ ਤੋਂ ਪਹਿਲਾਂ ਸਿੱਖਾਂ ਦਾ ਧਾਰਮਿਕ ਸਥਾਨ ਤੇ ਕੇਂਦਰ ਜਿਹਨੂੰ ਸੰਪੂਰਨ ਵਿਸ਼ਵ ਸਿਰ ਝੁਕਾਉਂਦਾ ਉਹ ਮਾਝੇ ਦੀ ਧਰਤੀ ਤੇ ਮੌਜੂਦ ਹੈ। ਕਿਉਂ ਚੁਣਿਆ ਮਾਝੇ ਦੀ ਧਰਤੀ ਨੂੰ? ਇਸ ਵਾਸਤੇ ਚੁਣਿਆ ਕਿ ਜਦ ਸਿੱਖ ਆਪਣਾ ਕੇਂਦਰੀ ਸਥਾਨ ਬਣਾਉਣ ਤੇ ਉਸ ਸਥਾਨ ਦੀ ਰਾਖੀ ਦੇ ਲਈ ਮਝੈਲ ਭਾਊ ਅੱਗੇ ਹੋਣ ਤੇ ਰਾਖੀ ਕਰਨ ਤੇ ਕਿਸੇ ਦੀ ਜ਼ਰੂਰਤ ਨਹੀਂ ਸੀ, ਚਾਹੇ ਸਿਕੰਦਰ ਵਰਗੇ ਆਏ ਤੇ ਚਾਹੇ ਔਰੰਗਜ਼ੇਬ ਵਰਗੇ ਆਏ ਤੇ ਚਾਹੇ ਬਾਬਰ ਵਰਗੇ ਆਏ। ਇਸ ਮਾਝੇ ਦੇ ਧਰਤੀ ਤੇ ਮਝੈਲਾਂ ਤੋਂ ਹਾਰ ਕੇ ਗਏ ਨੇ, ਜਿੱਤ ਕੇ ਇੱਥੋਂ ਕੋਈ ਨਹੀਂ ਗਿਆ। ਇਹ ਵੀ ਮਰਜ਼ ਕਰਦੇ ਹਾਂ। ਦੂਜੀ ਗੱਲ, ਜਦ ਅਸੀਂ ਇਸ ਮਾਝੇ ਦੀ ਧਰਤੀ ਦਾ ਜ਼ਿਕਰ ਕਰਦੇ ਹਾਂ ਤੇ ਮਝੈਲਾਂ ਦਾ ਜ਼ਿਕਰ ਕਰਦੇ ਹਾਂ ਤੇ ਸਾਡਾ ਖੂਨ ਬੁਜ਼ਦਲੀ ਤੋਂ ਜੋਸ਼ ਦੇ ਨਾਲ ਭਰ ਜਾਂਦਾ ਤੇ ਸਾਨੂੰ ਕਹਿੰਦਾ ਕਿ ਜਿਹੜੀ ਅਸੀਂ ਬੁਜ਼ਦਲੇ ਵਾਲੇ ਰਾਹ 'ਤੇ ਤੁਰੇ ਹਾਂ ਉਸ ਰਾਹ ਨੂੰ ਛੱਡ ਤੇ ਸੂਰਮਤਾਈ ਨੂੰ ਗੱਲ ਲਾ ਤੇ ਸ਼ਹੀਦੀਆਂ ਪਾਉਣ ਲਈ ਤਿਆਰ ਹੋ ਜਾ ਮਝੈਲ। ਇਹ ਸਾਨੂੰ ਸਾਡੇ ਸ਼ਹੀਦਾਂ ਦੀਆਂ ਜਿਹੜੀਆਂ ਯਾਦਾਂ ਉਹਨਾਂ ਦੇ ਦਿੱਤੇ ਹੋਏ ਬੋਲੇ ਸਾਨੂੰ ਯਾਦ ਕਰਾਉਂਦੇ ਨੇ ਤੇ ਹਮੇਸ਼ਾ ਕਰਾਉਂਦੇ ਰਹਿਣਗੇ। ਹਮੇਸ਼ਾ ਮਾਝੇ ਦੀ ਧਰਤੀ ਨੂੰ ਹਮਲਾਵਰਾਂ ਦੀ ਧਰਤੀ ਕਿਉਂ ਕਿਹਾ ਜਾਂਦਾ? ਦੇਖੋ, ਹਕੂਮਤਾਂ ਦੀ ਅੱਖ ਉਸ ਖਜ਼ਾਨੇ ਦੇ ਉੱਤੇ ਹੁੰਦੀ ਹੈ ਜਿਸ ਖਜ਼ਾਨੇ ਦੀ ਰਾਖੀ ਵੱਡੇ ਤੋਂ ਵੱਡੇ ਸੂਰਬੀਰ ਬਹਾਦਰ ਯੋਧੇ ਕਰਦੇ ਆ। ਤੇ ਮਾਝਾ ਸ਼ੁਰੂ ਤੋਂ ਹੀ ਖਜ਼ਾਨਿਆਂ ਦੇ ਨਾਲ ਭਰਪੂਰ ਰਿਹਾ। ਕਿਉਂ? ਤੁਹਾਨੂੰ ਮੈਂ ਅੱਗੇ ਵੀ ਅਰਜ਼ ਕੀਤੀ ਹੈ ਕਿ ਸਿੱਖਾਂ ਦਾ ਸਭ ਤੋਂ ਵੱਡਾ ਕੇਂਦਰੀ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਰੋਵਰ ਇੱਕ ਖਜ਼ਾਨੇ ਤੋਂ ਇੱਕ ਅੰਮ੍ਰਿਤ ਸਰੋਵਰ ਜੋ ਹੈ, ਜਿੱਥੇ ਅੱਜ ਤਾਂ ਚਲੋ ਲੋਕੀ ਨਹੀਂ ਮੰਨਦੇ ਪਰ ਪਹਿਲੇ ਸਿੰਘ ਕਹਿੰਦੇ ਹੁੰਦੇ ਸੀ ਮਝੈਲ ਕਿ ਜਿਹਨੂੰ ਮੌਤ ਆ ਗਈ ਹੈ ਇਹਨੂੰ ਛੇਤੀ ਤੋਂ ਛੇਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ 'ਚ ਇਸ਼ਨਾਨ ਕਰਾਓ ਤਾਂ ਕਿ ਇਹਨੂੰ ਨਵਾਂ ਪੂਰਨ ਜਨਮ ਮਿਲ ਜਾਏਗਾ। ਐਸੀ ਇਹ ਮਾਝੇ ਦੀ ਧਰਤੀ ਹੈ। ਤੇ ਹਮਲਾਵਰਾਂ ਦੀ ਇਸ ਵਾਸਤੇ ਇਹ ਗੜ ਰਿਹਾ ਕਿ ਕਾਬਲ ਕੰਧਾਰ ਤੋਂ ਜਿਹੜੀ ਖੈਬਰ ਦर्रा ਦੇ ਵਿੱਚ ਇੱਕ ਗੁਫਾ ਜੀ ਆਉਂਦੀ ਹੈ ਜਿੱਥੋਂ ਸਾਰੇ ਹਮਲਾਵਰ ਹੋ ਕੇ ਗੁਜ਼ਰਦੇ ਨੇ। ਤੇ ਮਾਝੇ ਦਾ ਇਲਾਕਾ ਇਕੱਲਾ ਇੱਥੋਂ ਚੜ੍ਹਦੇ ਪੰਜਾਬ ਤੱਕ ਸੀਮਤ ਨਹੀਂ, ਇਹ ਲਹਿੰਦੇ ਪੰਜਾਬ ਤੱਕ ਵੀ ਹੈ, ਜਿੱਥੇ ਲਾਹੌਰ ਆ ਜਾਂਦਾ ਤੇ ਅੱਗੋਂ ਕਾਬਲ ਕੰਧਾਰ ਤੱਕ ਇਹਦੀਆਂ ਜੜ੍ਹਾਂ ਜੁੜਦੀਆਂ। ਉੱਥੋਂ ਸਾਰੇ ਹਮਲਾਵਰ ਇੱਧਰ ਨੂੰ ਆਉਂਦੇ ਸੀ। ਜਿਹੜਾ ਵੀ ਹਮਲਾਵਰ ਆਇਆ, ਚਾਹੇ ਸਿਕੰਦਰ ਲੋਧੀ ਆਇਆ, ਉਸ ਤੋਂ ਬਾਅਦ ਬਾਬਰ ਆਇਆ, ਉਸ ਤੋਂ ਬਾਅਦ ਮੰਗੋਲ ਆਏ, ਡੱਚ ਆਏ, ਤੁਰਕ ਆਏ, ਫਰਾਂਸੀਸੀ ਆਏ, ਕੋਈ ਵੀ ਆਇਆ, ਉਹ ਜਿਤਨੇ ਵੀ ਮੁਗਲ ਹਮਲਾਵਰ, ਜਿਵੇਂ 7 ਦੇਸ਼ ਮੁਗਲਾਂ ਦੇ ਤੁਰਕਾਂ ਦੇ ਮੰਨੇ ਗਏ ਨੇ, ਤੁਰਕੀ ਤੋਂ ਲੈ ਕੇ ਅਫਗਾਨਿਸਤਾਨ, ਉਜ਼ਬੇਕਿਸਤਾਨ, ਕਜ਼ਾਕਿਸਤਾਨ, ਕਾਬਲ ਕੰਧਾਰ, ਪਸ਼ੌਰ ਅਫਗਾਨਿਸਤਾਨ ਦੀਆਂ, ਦर्रा ਖੈਬਰ ਤੋਂ ਲੈ ਕੇ ਉਹ ਸਾਰੇ ਮੁਗਲ ਇਸ ਮਾਝੇ ਦੇ ਧਰਤੇ ਤੋਂ ਗੁਜ਼ਰਦੇ ਗੁਜ਼ਰਦੇ ਦਿੱਲੀ ਤੱਕ ਪਹੁੰਚੇ ਆ। ਹਮਲਾਵਰਾਂ ਦਾ ਗੜ ਅਸੀਂ ਇਸ ਕਰਕੇ ਕਹਿੰਦੇ ਹਾਂ ਕਿ ਇੱਥੋਂ ਹਮਲਾਵਰਾਂ ਨੂੰ ਸੌਖਾ ਸੀ ਦਿੱਲੀ ਤੱਕ ਜਾਣ ਦਾ। ਹੁਣ ਅੱਜ ਅਸੀਂ ਹਾਈਵੇ ਬਣ ਗਏ ਆ ਤੇ ਪਹਿਲੇ ਹਾਈਵੇ ਨਹੀਂ ਸੀ। ਇੱਥੇ ਜਦ ਹੁਣ ਹਾਈਵੇ ਬਣੇ ਆ ਤੇ ਕਿੰਨੀ ਕੁ ਦੂਰੀ ਹੈ ਦਿੱਲੀ ਦੀ? ਸਾਰਾ ਜੇਕਰ ਟ੍ਰੇਨ 'ਚ ਜਾਈਏ ਤੇ 7-8 ਘੰਟੇ ਦਾ ਰਾਹ, ਵੱਧ ਤੋਂ ਵੱਧ 10 ਘੰਟੇ ਲੱਗਦੇ। ਜੇਕਰ ਆਪਣੀ ਗੱਡੀ ਦੇ ਵਿੱਚ ਜਾਈਏ ਤੇ ਸਾਰਾ 1-2 ਘੰਟਿਆਂ ਦਾ ਫਰਕ ਪੈਂਦਾ ਤੇ ਬੰਦਾ ਪਹੁੰਚ ਜਾਂਦਾ ਦਿੱਲੀ ਨੂੰ। ਇਸ ਵਾਸਤੇ ਇੱਥੇ ਹਮਲਾਵਰਾਂ ਦਾ ਆਉਣਾ ਜਾਣਾ ਰਿਹਾ ਹੈ ਕਿਉਂਕਿ ਇੱਥੇ ਧਾਰਮਿਕ ਸਥਾਨ ਤੇ ਤਮਾਮ ਇੱਥੇ ਸੂਰਬੀਰ ਯੋਧੇ, ਕਿਉਂਕਿ ਯੋਧਿਆਂ ਨੂੰ ਵੀ ਮਾਣ ਹੁੰਦਾ ਕਿ ਵੀ ਅੱਗੋਂ ਕੋਈ ਸੂਰਮਾ ਬਹਾਦਰ ਟੱਕਰੇ। ਤੇ ਮਝੈਲ ਸ਼ੁਰੂ ਤੋਂ ਹੀ ਇਤਨੇ ਸੂਰਬੀਰ ਬਹਾਦਰ ਰਹੇ ਨੇ। ਜਿਹੜਾ ਵੀ ਇੱਥੇ ਆਇਆ ਇਸ ਦਰ 'ਤੇ ਜਿਹੜਾ ਆਇਆ ਉਹਦੇ ਸਿਰ ਨੇਜਿਆਂ ਦੇ ਉੱਤੇ ਟੰਗ ਕੇ ਮਝੈਲਾਂ ਨੇ ਫਤਿਹ ਗਜਾਈ ਹੈ।
ਅਸੀਂ ਗੱਲ ਕਰਦੇ ਹਾਂ ਮਝੈਲ ਮਾਝਾ। ਜੀ ਜੇ ਦੇਖਿਆ ਜਾਵੇ ਮਾਝਾ ਸ਼ਬਦ ਬਹੁਤ ਵੱਡੀ ਗੱਲ ਹੈ ਕਿਉਂਕਿ ਕਾਫੀ ਜੰਗਲ ਲੜੀਆਂ ਨੇ, ਜੀ। ਪਰ ਜੇ ਸੋਚੀਏ ਅਸੀਂ ਗੱਲ ਕਰੀਏ ਤਾਂ ਮੈਂ ਇੱਕ ਗੱਲ ਪੁੱਛਣਾ ਚਾਹੂੰਗਾ, ਸਾਨੂੰ ਮਾਝਾ ਸ਼ਬਦ ਮਿਲਿਆ ਕਿੱਥੋਂ, ਮਝੈਲ ਸ਼ਬਦ ਕਿੱਥੋਂ ਮਿਲਿਆ? ਦੇਖੋ ਮਾਝਾ ਸ਼ਬਦ ਜਿਹੜਾ ਮਿਲਿਆ ਨਾ, ਇਹ ਦੋ ਜਿਹੜੇ ਦਰਿਆ ਵਗਦੇ ਨੇ ਰਾਵੀ ਤੇ ਬਿਆਸ ਦਾ ਵਿਚਲੇ ਇਲਾਕੇ ਨੂੰ ਮਾਝਾ ਕਹਿੰਦੇ ਨੇ, ਜਿਹੜਾ ਵਿਚਲਾ ਇਲਾਕਾ ਹੁੰਦਾ ਬਿਲਕੁਲ। ਤੇ ਕਹਿੰਦੇ ਨੇ ਨਾ ਕਿ ਜਿਹੜਾ ਵਿਚਲਾ ਇਲਾਕਾ ਹੋਵੇ ਤੇ ਸਭ ਤੋਂ ਖੂਬਸੂਰਤੀ ਤੇ ਸਭ ਤੋਂ ਨਵੀਂ ਤੇ ਸਭ ਤੋਂ ਜ਼ਰਖੇਜ਼ ਧਰਤੀ ਵੀ ਉਹੀ ਹੁੰਦੀ ਹੈ ਮਾਝੇ ਦੀ। ਜਿਵੇਂ ਕਹਿੰਦੇ ਨੇ ਕਿ ਸਾਨੂੰ ਮਾਣ ਹੈ ਮਝੈਲ ਕਹਿਣ ਤੇ, ਸਾਡਾ ਇਤਿਹਾਸ ਸੂਰਬੀਰ ਬਹਾਦਰਾਂ ਦਾ, ਸਾਨੂੰ ਕੋਈ ਹਿੱਕ ਦਿਆ ਤੇ ਆ ਕੇ ਟੱਕੜੇ, ਫਿਰ ਦਸੀਏ ਕੀ ਰੁਤਬਾ ਮਝੈਲਾਂ ਦਾ, ਫਿਰ ਦਸੀਏ ਕਿ ਕੀ ਰੁਤਬਾ ਮਝੈਲਾਂ ਦਾ। ਲੋਕਾਂ ਨੂੰ ਕੀ ਪਤਾ ਕਿ ਵੀ ਮਝੈਲ, ਜੇਕਰ ਅੱਜ ਲੋਕੀ ਕ੍ਰਿਟੀਸਾਈਜ਼ ਕਰਦੇ ਆ ਸਾਨੂੰ ਕਿਸੇ ਵਕਤ ਵੀਡੀਓ ਪਾਉਂਦੇ ਵੇਲੇ ਕਿ ਤੁਸੀਂ ਆਪਣੇ ਆਪ ਨੂੰ ਮਝੈਲ ਕਿਉਂ ਕਹਿੰਦੇ ਹੋ, ਤੇ ਜੇਕਰ ਅਸੀਂ ਮਝੈਲ ਕਹਿੰਦੇ ਆ ਤੇ ਸਾਡੇ ਸ਼ਹੀਦਾਂ ਸਿੰਘਾਂ ਨੇ ਸਾਨੂੰ ਮਾਣ ਦਿੱਤਾ ਮਝੈਲ ਖਵਾਉਣ ਦਾ। ਸਾਡੇ ਸ਼ਹੀਦਾਂ ਨੇ ਹੀ ਸਾਨੂੰ ਆਖਿਆ ਕਿ ਤੁਸੀਂ ਮਝੈਲ ਜਿਤਨਾ ਚਿਰ ਤੱਕ ਸਰਕਾਰਾਂ ਤੁਹਾਡਾ ਤੇ ਹਕੂਮਤਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਇਸ ਸ਼ਬਦ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨਗੀਆਂ, ਪਰ ਮੈਂ ਅਰਜ਼ ਕਰਾਂ ਜਿਤਨਾ ਚਿਰ ਤੱਕ ਮਾਝੇ ਦੀ ਧਰਤੀ ਤੇ ਸ਼ਹੀਦਾਂ ਦਾ ਲਹੂ ਡੁੱਲਿਆ ਤੇ ਸ਼ਹੀਦਾਂ ਦੇ ਲਹੂ ਦੀ ਖੁਸ਼ਬੂ ਹੈਗੀ ਹੈ, ਉਤਨਾ ਚਿਰ ਤੱਕ ਇਹਨਾਂ ਮਝੈਲਾਂ ਨੂੰ ਨਾ ਕੋਈ ਹਰਾ ਸਕਦਾ ਤੇ ਨਾ ਹੀ ਕੋਈ ਇਹਨਾਂ ਦੀ ਹਸਤੀ ਨੂੰ ਮਿਟਾਉਣ ਵਾਲਾ ਜੰਮਿਆ। ਤੇ ਜਿਹੜਾ ਵੀ ਇਹਨਾਂ ਦੀ ਹਸਤੀ ਨੂੰ ਮਿਟਾਉਣ ਵਾਲਾ ਜੰਮਿਆ ਉਹ ਇਸ ਨਾ ਹੀ ਧਰਤੀ ਤੇ ਰਿਹਾ ਹੈ ਤੇ ਨਾ ਹੀ 7 ਜਨਮ ਲੈ ਕੇ ਫਿਰ ਵਾਪਸ ਆਇਆ। ਕਿਉਂ? ਮਝੈਲਾਂ ਦੀ ਜਿਹੜੀ ਸੱਟ ਹੈ ਬੜੀ ਡੂੰਘੀ ਵੱਜਦੀ ਹੈ। ਜਦ ਮੱਸੇ ਰੰਗੜ ਨੇ ਅੰਦਰ ਬੇਦਬੀ ਕੀਤੀ ਹੈ ਤੇ ਸੁੱਖਾ ਸਿੰਘ ਮਤਾਬ ਸਿੰਘ ਹੋਰਾਂ ਨੇ ਜਕਾਰੇ ਛੱਡ ਕੇ ਦੋਵਾਂ ਜਣਿਆਂ ਨੇ ਜਾ ਕੇ ਉਹਦਾ ਸਿਰ ਨੇਜਿਆਂ ਤੇ ਟੰਗ ਕੇ ਲਿਆਂਦਾ ਤੇ ਬਾਹਰ ਆ ਕੇ ਫਤਿਹ ਗਜਾਈ ਹੈ। ਕਿਉਂਕਿ ਬਾਹਰ ਆ ਕੇ ਫਤਿਹ ਗਜਾਈ ਹੈ ਤੇ ਫਿਰ ਲੋਕਾਂ ਨੇ ਕਿਹਾ ਵੇਖੋ ਮਝੈਲਾਂ ਨੇ ਉਹਦਾ ਸਿਰ ਵੱਢ ਕੇ ਲੈਂਦਾ ਮੱਸੇ ਰੰਗੜ ਦੀਆਂ ਬੇਗਮਾਂ ਨੂੰ ਰੰਡੀਆਂ ਕਰ ਦਿੱਤਾ। ਤੇ ਜਿਤਨੇ ਵੀ ਦੁਸ਼ਟਾਂ ਦੀਆਂ ਬੇਗਮਾਂ ਨੂੰ ਰੰਡੀਆਂ ਸਭ ਤੋਂ ਜ਼ਿਆਦਾ ਮਝੈਲਾਂ ਨੇ ਕੀਤਾ, ਹੋਰ ਕਿਸੇ ਨੇ ਨਹੀਂ ਕੀਤਾ। ਗੱਲ ਕਰਦੇ ਹਾਂ ਕਿਹੜੇ ਕਿਹੜੇ ਸਿਰਲਾਥੀ ਯੋਧੇ ਰਹੇ ਨੇ ਜਿਨ੍ਹਾਂ ਕਰਕੇ ਸਾਨੂੰ ਅੱਜ ਫਕਰ ਮਹਿਸੂਸ ਹੁੰਦਾ ਮਾਝਾ ਕਹਿਣ ਤੇ, ਮਾਝੇ ਦੇ ਜਨਮ ਲੈਣ ਤੇ ਮਾਣ ਮਹਿਸੂਸ ਹੁੰਦਾ। ਦੇਖੋ ਜੀ, ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਸਾਰਾ ਮੁਲਕ ਸੀਸ ਝੁਕਾਉਂਦਾ ਹੈ ਤੇ ਜੋ ਪੀਰਾਂ ਦੇ ਵਿੱਚੋਂ ਪੀਰ ਸ਼੍ਰੋਮਣੀ ਨੇ, ਜਿਨ੍ਹਾਂ ਦਾ ਜਨਮ ਸੱਚੇ ਸੌਦੇ ਚੂੜਖਾਨੇ ਦੇ ਵਿੱਚ ਹੋਇਆ, ਜਿੱਥੇ ਉਹਨਾਂ ਨੇ ਸੱਚਾ ਸੌਦਾ ਕੀਤਾ। ਸ੍ਰੀ ਨਨਕਾਣਾ ਸਾਹਿਬ ਦੀ ਉਹ ਧਰਤੀ ਜਿੱਥੇ ਪੀਰਾਂ ਦੇ ਪੀਰ ਜ਼ਾਹਰ ਪੀਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਤੇ ਉਹਨਾਂ ਨੇ ਮਾਝੇ ਦੀ ਧਰਤੀ ਤੇ ਇਸ ਵਾਸਤੇ ਜਨਮ ਲਿਆ ਕਿਉਂਕਿ ਇਹ ਸੂਰਬੀਰ ਬਹਾਦਰਾਂ ਦੀ ਧਰਤੀ ਤਾਂ ਸੀ, ਪਰ ਉਸ ਤੋਂ ਪਹਿਲਾਂ ਪੀਰਾਂ ਪੈਗੰਬਰਾਂ ਅਵਤਾਰਾਂ ਦੀ ਵੀ ਧਰਤੀ ਸੀ। ਇਹ ਵੀ ਮੈਂ ਅਰਜ਼ ਕਰਦੇ ਹਾਂ, ਸ਼੍ਰੀ ਰਾਮ ਚੰਦਰ ਜੀ ਦੇ ਪੁੱਤਰ ਲਵ ਤੇ ਕੁਛ ਵੀ ਇੱਥੇ ਦੇ ਹੋਏ ਆ, ਇਹ ਵੀ ਤੁਹਾਨੂੰ ਮੈਂ ਦੱਸਾਂ। ਵਾਲਮੀਕੀ ਜੀ ਜਿਹੜੇ ਹੋਏ ਉਹ ਵੀ ਮਾਝੇ ਦੇ ਹੋਏ ਆ। ਤੇ ਇਸ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ 7 ਪਾਤਸ਼ਾਹੀਆਂ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਦੇਖੋ ਇਹ ਸਭ ਮਾਝੇ ਦੀ ਧਰਤੀ ਤੇ ਆਏ ਆ। ਤੇ ਬਾਅਦ ਵਿੱਚ ਆ ਜਾਈਏ ਸ਼ਹੀਦਾਂ ਸਿੰਘਾਂ ਦੀ ਗੱਲ। ਸਿਰਮੌਰ ਸ਼ਹੀਦ ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ, ਜਿਹੜੇ ਸੀਸ ਤਲੀ ਤੇ ਧਰ ਕੇ ਲੜੇ, ਬਾਰ-ਬਾਰ ਅਬਦਾਲੀ ਨੂੰ ਉਹਨਾਂ ਨੇ ਅੱਗੇ ਲਾ ਕੇ ਭਜਾਇਆ ਤੇ ਬਾਰ-ਬਾਰ ਪਠਾਨਾਂ ਨੂੰ ਸਲਵਾਰਾਂ ਪਵਾਈਆਂ। ਅਸੀਂ ਉਹਨਾਂ ਦਾ ਨਾਂ ਜਦ ਲੈਂਦੇ ਹਾਂ ਤੇ ਬੁਜ਼ਦਲ ਕਬਰਾਂ ਦੇ ਵਿੱਚੋਂ ਉੱਡ ਕੇ ਜਿਹੜੇ ਮੁਰਦੇ ਨੇ ਉਹਨਾਂ ਦੇ ਵਿੱਚ ਵੀ ਜਾਨ ਪੈ ਜਾਂਦੀ ਹੈ ਤੇ ਮਾਸ ਚੜ੍ਹ ਜਾਂਦਾ ਤੇ ਮੁੜ ਉਹ ਘੋੜਸਵਾਰੀ ਕਰਕੇ ਉਹ ਜੰਗ ਦੇ ਮੈਦਾਨ ਦੇ ਵਿੱਚ ਜੂਝਣਾ ਚਾਹੁੰਦੇ ਨੇ। ਬਾਬਾ ਦੀਪ ਸਿੰਘ ਜੀ, ਅੱਜ ਅਸੀਂ ਉਹਨਾਂ ਦੀ ਗੱਲ ਕਰਨੇ ਆ। ਹਰੀ ਸਿੰਘ ਨਲੂਆ ਸਾਹਿਬ ਦੀ ਗੱਲ ਕਰਨੇ ਆ, ਜਿਨ੍ਹਾਂ ਨੇ ਪਠਾਨਾਂ ਨੂੰ ਸਲਵਾਰਾਂ ਪਵਾਈਆਂ। ਤੇ ਬੜੀ ਬਦਕਿਸਮਤੀ ਦੀ ਗੱਲ ਆ, ਮੈਂ ਇੱਥੇ ਸਾਹਮਣੇ ਕਹਾਂਗਾ ਕਿ ਸਾਡੇ ਲੋਕ ਜਿਹੜੀਆਂ ਸਲਵਾਰਾਂ ਡਰਦੇ ਨਾਲ ਪਠਾਨਾਂ ਨੂੰ ਸਲਵਾਰਾਂ ਪਵਾਈਆਂ, ਅੱਜ ਸਾਡੇ ਜਿਹੜੇ ਨੌਜਵਾਨ ਉਹਨਾਂ ਨੇ ਫੈਸ਼ਨ ਬਣਾ ਲਿਆ ਤੇ ਸਲਵਾਰਾਂ ਪਾ ਕੇ ਘੁੰਮੀ ਫਿਰਦੇ ਆ। ਕਾਫੀ ਟੌਰ ਮਾਰਦੇ ਨੇ ਅੱਜ ਕੱਲ੍ਹ। ਉਹ ਬੜੀ ਟੌਰ ਮਾਰਦੇ ਜੀ ਅਸੀਂ ਸਲਵਾਰਾਂ ਪਾਈਆਂ, ਪਰ ਉਹਨਾਂ ਨੂੰ ਪਤਾ ਨਹੀਂ ਇਹ ਸਲਵਾਰਾਂ ਪਠਾਨਾਂ ਨੂੰ ਤਾਂ ਪਵਾਈਆਂ ਸੀ ਕਿ ਪਠਾਨ ਲੜ ਨਹੀਂ ਸੀ ਸਕੇ। ਗੁਲਾਮੀ ਦੀ ਨਿਸ਼ਾਨੀ ਸਲਵਾਰ ਹੈ। ਇਸਤਰੀ ਹੋਣ ਦਾ ਜਿਹੜਾ ਸਬੂਤ ਉਹ ਸਲਵਾਰ ਹੈ। ਜੇਕਰ ਅਸੀਂ ਕਿਸੇ ਨੂੰ ਪਛਾਣਾਂਗੇ ਉਹਦੇ ਲਿਬਾਸ ਤੋਂ ਪਹਿਲਾਂ ਪਛਾਣਾਂਗੇ ਉਹਨੇ ਲਿਬਾਸ ਕਿੱਦਾਂ ਦਾ ਪਾਇਆ। ਜੇਕਰ ਉਹਨੇ ਲਿਬਾਸ ਔਰਤਾਂ ਵਾਲਾ ਪਾਇਆ ਤਾਂ ਅਸੀਂ ਉਹਨੂੰ ਮਰਦ ਥੋੜ੍ਹੀ ਕਵਾਂਗੇ। ਮੈਂ ਕੱਲ੍ਹ ਪਰਸੋਂ ਦੇਖ ਰਿਹਾ ਸੀ, ਵੀਡੀਓ ਚੱਲ ਰਹੀ ਹੈ, ਕੁਛ ਕੁ ਔਰਤਾਂ ਦੇ ਕੁਛ ਉਹੋ ਜਿਹੇ ਬੰਦੇ, ਜਿਹੜੀ ਇੱਕ ਵੈਸਟਰਨ ਕਲਚਰ ਸਾਡੇ 'ਚ ਆ ਗਿਆ ਜਿਹਨੂੰ ਅਸੀਂ ਗੇ ਕਹਿੰਦੇ ਹਾਂ, ਲੈਸਬੀਅਨ ਕਹਿੰਦੇ ਹਾਂ,
ਔਰਤਾਂ ਲੈਸਬੀਅਨ ਕਹਿੰਦੀਆਂ ਨੇ ਤੇ ਮੁੰਡਿਆਂ ਦੇ ਵਿੱਚ ਉਹ ਗੇ ਕਹਿੰਦੇ ਨੇ। ਉਹ ਵੈਸਟਰਨ ਕਲਚਰ ਹੈ। ਇਸ ਮਾਝੇ ਦੀ ਧਰਤੀ ਤੇ ਇਤਿਹਾਸ 'ਚ ਪਹਿਲੀ ਦਫਾ ਹੋਇਆ ਕਿ ਵੈਸਟਰਨ ਕਲਚਰ ਦਾ ਨਮੂਨਾ ਸਾਨੂੰ ਸ਼ਰੇਆਮ ਦੇਖਣ ਨੂੰ ਮਿਲਿਆ ਤੇ ਮਾਝੇ ਦੀ ਧਰਤੀ ਜਿਹੜੀ ਸੂਰਬੀਰ ਬਹਾਦਰਾਂ ਦੀ ਧਰਤੀ ਸੀ, ਅੱਜ ਉਹ ਧਰਤੀ ਨਾਮਰਦ ਤੇ ਬੁਜ਼ਦਲਾਂ ਦੇ ਨਾਲ ਭਰੀ ਪਈ ਹੈ। ਅਸੀਂ ਗੱਲ ਕਰਦੇ ਹਾਂ ਕਿ ਮਾਝਾ ਸ਼ਬਦ ਹੈ, ਮਾਝੇ ਤੋਂ ਭਾਊ ਸ਼ਬਦ ਨਿਕਲਦਾ। ਅਸੀਂ ਤੁਹਾਡੀ ਦਸਤਾਰ ਦੇਖਦੇ ਹਾਂ, ਟਕਸਾਲੀ ਦਸਤਾਰ ਮੇਰੇ ਖਿਆਲ ਕਹਿੰਦੇ ਨੇ ਵੀ ਭਾਊਆਂ ਵਾਲੇ ਸਮਿਆਂ ਦੀ, ਤੇ ਭਾਊ ਸ਼ਬਦ ਸਾਨੂੰ ਮਿਲਿਆ ਕਿ ਇਹਦਾ ਭਾਵ ਕੀ? ਭਾਊ ਤੋਂ ਭਾਵ ਕਹਿੰਦੇ ਕਿ ਵੱਡਾ ਭਰਾ, ਸਾਰਿਆਂ ਦੀ ਰਾਖੀ ਕਰਨ ਵਾਲਾ। ਮਾਝਾ ਸ਼ੁਰੂ ਤੋਂ ਹੀ ਦੁਆਬਾ, ਮਾਲਵਾ ਤੇ ਪੁਆਧ ਦੀ ਰਾਖੀ ਕਰਦਾ ਰਿਹਾ। ਕੱਲਾ ਦੁਆਬਾ, ਪੁਆਧ ਤੇ ਮਾਲਵੇ ਦੀ ਰਾਖੀ ਨਹੀਂ ਕਰਦਾ ਰਿਹਾ, ਸੰਪੂਰਨ ਹਿੰਦੁਸਤਾਨ ਦੀ ਰਾਖੀ ਮਾਝੇ ਨੇ ਕੀਤੀ ਹੈ। ਇੱਥੋਂ ਜਦ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ 18ਵੀਂ ਸਦੀ ਦੇ ਵਿੱਚ ਰਾਜ ਸਥਾਪਿਤ ਕੀਤਾ ਲਾਹੌਰ ਦੀ ਧਰਤੀ ਤੇ, ਜੋ ਮਾਝੇ ਦੀ ਧਰਤੀ ਹੈ, ਇੱਥੋਂ ਹੀ ਸਿੱਖ ਰਾਜ ਦਾ ਅੰਤ ਹੋਇਆ, ਇੱਥੋਂ ਹੀ ਸਿੱਖ ਰਾਜ ਦੀ ਸਥਾਪਨਾ ਹੋਈ। ਤੇ ਭਾਊ ਸ਼ਬਦ ਤੋਂ ਭਾਵ ਕਿ ਵੱਡਾ ਭਰਾ ਜਿਹੜਾ ਘਰ ਦਾ ਹੋਵੇ, ਉਹ ਸਾਰਿਆਂ ਦੇ ਉੱਤੇ ਹੁਕਮ ਚਲਾਉਂਦਾ ਤੇ ਉਹ ਸਾਰਿਆਂ ਦੀ ਰਾਖੀ ਕਰਦਾ। ਤੇ ਭਾਊ ਜਿਹੜੇ ਨੇ ਮਾਝੇ ਦੇ, ਉਹ ਸਾਰੇ ਹਿੰਦੁਸਤਾਨ ਦੀ ਰਾਖੀ ਕਰਨ ਦੇ ਵਿੱਚ ਉਸ ਵਕਤ ਬਹੁਤ ਜ਼ਿਆਦਾ ਸ਼੍ਰੋਮਣੀ ਸੀ। ਇਸ ਕਰਕੇ ਇਹਨਾਂ ਨੂੰ ਭਾਊ ਆਖਿਆ ਜਾਂਦਾ ਕਿ ਜਦ ਜੰਗਾਂ ਯੁੱਧਾਂ ਦੇ ਵਿੱਚ ਅੱਗੇ ਹੋਏ, ਸਭ ਤੋਂ ਅੱਗੇ ਵੱਡੇ ਭਰਾ ਹੀ ਲੱਗਦੇ ਨੇ ਨਾ ਫਿਰ, ਤੇ ਪਿੱਛੇ ਪਿੱਛੇ ਸਾਰੇ ਛੋਟੇ ਹੀ ਲੱਗਦੇ ਨੇ। ਤੇ ਇਸ ਕਰਕੇ ਭਾਊ ਸ਼ਬਦ ਤੋਂ ਭਾਵ ਇਹ ਹੈ ਕਿ ਵੀ ਨਾ ਡਰਨ ਵਾਲੇ ਵੱਡੇ ਭਰਾ ਨੇ। ਜਿਹੜਾ ਮਾਝਾ ਹੈ ਉਹ ਸੂਰਬੀਰ ਬਹਾਦਰਾਂ ਦਾ ਤੇ ਜੰਗਾਂ ਦੇ ਵਿੱਚ ਸਭ ਤੋਂ ਅੱਗੇ ਹੋ ਕੇ ਲੜਨ ਵਾਲੇ ਸਾਰੇ ਭਾਊ ਨੇ ਮਾਝੇ ਦੇ, ਜਿਨ੍ਹਾਂ ਨੂੰ ਕੋਈ ਅੱਜ ਤੱਕ ਹਰਾ ਨਹੀਂ ਸਕਿਆ। ਜਿੰਨੇ ਹਰਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਦੇ ਮੂੰਹ ਅੱਜ ਵੀ ਕਬਰਾਂ ਦੇ ਵਿੱਚ ਪਏ ਨੇ, ਜਾ ਕੇ ਵੇਖ ਸਕਦੇ ਹੋ। ਅਸੀਂ ਗੱਲ ਕਰਦੇ ਹਾਂ, ਭਾਊ ਸ਼ਬਦ ਲੰਘ ਗਿਆ, ਮਾਝਾ ਸ਼ਬਦ ਲੰਘ ਗਿਆ, ਮਝੈਲ ਸ਼ਬਦ ਲੰਘ ਗਿਆ, ਪਰ ਇਹਨਾਂ ਸਾਰਿਆਂ ਦਾ ਜੋੜ ਇੱਕ ਇੱਕੋ ਹੀ ਨਿਕਲਦਾ, ਦੰਗਾ। ਦੰਗਾ ਸ਼ਬਦ ਤੋਂ ਕੀ ਭਾਵ? ਵੇਖੋ, ਦੰਗਾ ਸ਼ਬਦ ਤੋਂ ਭਾਵ ਇਹ ਹੈ ਕਿ ਵੀ ਦੇਖੋ, ਜੰਗਾਂ ਯੁੱਧਾਂ ਦੇ ਵਿੱਚ ਯੁੱਧ ਨੀਤੀ ਚੱਲਦੀ ਹੈ, ਉਸ ਤੋਂ ਪਹਿਲੇ ਰਾਜਨੀਤੀ ਚੱਲਦੀ ਹੈ। ਆਪਸ ਦੇ ਵਿੱਚ ਜਦ ਯੁੱਧ ਹੁੰਦਾ ਤੇ ਬਾਦਸ਼ਾਹ ਇੱਕ ਦੂਜੇ ਦੇ ਨਾਲ ਫਰਮਾਨ ਸਾਂਝੇ ਕਰਦੇ ਨੇ, ਆਪਣੇ ਸੈਨਾਪਤੀ ਉੱਧਰ ਭੇਜਦੇ, ਵਜ਼ੀਰ ਇੱਧਰ ਭੇਜਦੇ ਕਿ ਵੀ ਅਸੀਂ ਲੜਾਈ ਨੂੰ ਟਾਲ ਸਕੀਏ। ਪਰ ਮਾਝੇ ਦੇ ਰਾਜਿਆਂ ਦੀ ਖਾਸੀਅਤ ਰਹੀ ਹੈ ਕਿ ਜਦ ਵੀ ਜੰਗ ਦੇ ਮੈਦਾਨ ਦੇ ਵਿੱਚ ਲੜੇ ਨੇ, ਕੋਈ ਵੀ ਫਰਮਾਨ ਨਹੀਂ ਭੇਜਿਆ ਇੱਕ ਦੂਜੇ ਨੂੰ ਕਿ ਵੀ ਅਸੀਂ ਜੰਗ ਟਾਲ ਦਈਏ ਜਾਂ ਕੁਛ ਹੋ ਜਾਈਏ, ਕਿਉਂਕਿ ਇਹ ਆਪਣੀ ਈਨ ਨੂੰ ਸਭ ਤੋਂ ਉੱਤੇ ਲੈ ਕੇ ਚੱਲਦੇ ਨੇ। ਜਿਹੜੀ ਯਾਰੀ ਦੋਸਤੀ ਇਹਨਾਂ ਦੀ, ਉਹ ਇਤਨੀ ਕੁ ਜ਼ਿਆਦਾ ਖਤਰਨਾਕ ਹੈ ਕਿ ਜੇਕਰ ਕਿਸੇ ਨੂੰ ਛੱਡ ਦੇਣ ਤੇ ਫਿਰ ਛੱਡ ਦੇਣ, ਜੇਕਰ ਨਾ ਕਰਨ ਤੇ ਨਾ ਕਰਨ। ਵੈਸੇ ਵੀ ਕਹਿੰਦੇ ਕਿ ਮਾਲਵੇ ਦੀ ਯਾਰੀ ਮਸ਼ਹੂਰ ਹੈ ਤੇ ਮਾਝੇ ਦਾ ਜਿਹੜਾ ਦੰਗਾ ਉਹ ਜ਼ਿਆਦਾ ਮਸ਼ਹੂਰ ਹੈ। ਮਾਝੇ ਵਾਲੇ ਕਦੀ ਵੀ ਦੰਗਾ ਜਿਹੜਾ ਸ਼ਬਦ ਹੈ ਨਾ, ਇਹਨਾਂ ਤੋਂ ਹੀ ਚੱਲਿਆ ਕਿ ਦੰਗੇ ਤੋਂ ਭਾਵ ਕਿ ਜਿਹੜੇ ਬਹੁਤਾ ਸੋਚ ਵਿਚਾਰ ਨਹੀਂ ਕਰਦੇ, ਸਿੱਧਾ ਜਾ ਕੇ ਦੰਗਾ ਕਰ ਆਉਂਦੇ ਆ ਤੇ ਫਿਰ ਆ ਕੇ ਫਤਿਹ ਗਜਾਉਂਦੇ ਆ ਕਿ ਲਓ ਵੀ ਅਸੀਂ ਕੰਮ ਕਰਤਾ, ਅਸੀਂ ਬਹੁਤਾ ਸੋਚ ਵਿਚਾਰ ਨਹੀਂ ਕਰਦੇ। ਇਸ ਕਰਕੇ ਮਾਝੇ ਵਾਲੇ ਕਦੀ ਵੀ ਬਹੁਤਾ ਸੋਚ ਵਿਚਾਰ ਨਹੀਂ ਕਰਦੇ। ਇਹ ਜਿੱਥੇ ਵੀ ਜਾਂਦੇ ਆ ਦੰਗਾ ਕਰਕੇ ਆ ਜਾਂਦੇ ਆ ਤੇ ਵੈਰੀ ਨੂੰ ਪਤਾ ਨਹੀਂ ਲੱਗਦਾ ਕਿ ਕਦੋਂ ਆਏ ਤੇ ਕਦੋਂ ਗਏ। ਮੈਂ ਵੀ ਉਹੀ ਸਵਾਲ ਤੇ ਆ ਰਿਹਾ ਸੀਗਾ ਕਿ ਮਾਝੇ ਵਾਲੇ ਇੰਨੀ ਸੋਚ ਵਿਚਾਰ ਕਿਉਂ ਨਹੀਂ ਕਰਦੇ? ਮਾਝੇ ਵਾਲੇ ਇਸ ਕਰਕੇ ਸੋਚ ਵਿਚਾਰ ਨਹੀਂ ਕਰਦੇ, ਉਹ ਨਾ ਵਕਤ ਜ਼ਾਇਆ ਨਹੀਂ ਕਰਨਾ ਚਾਹੁੰਦੇ। ਉਹਨਾਂ ਦੇ ਮਨ ਦੇ ਵਿੱਚ ਇਹੀ ਰਹਿੰਦਾ ਕਿ ਵੀ ਅਸੀਂ ਇਹਨਾਂ ਸੂਰਬੀਰ ਬਹਾਦਰਾਂ ਦੀ ਧਰਤੀ ਦੇ ਉੱਤੇ ਜਨਮ ਲਿਆ ਤੇ ਸਾਨੂੰ ਕੋਈ ਸਾਹਮਣੇ ਟੱਕਰਨ ਵਾਲਾ ਕੋਈ ਸਾਨੂੰ ਕੁਝ ਕਹਿ ਕੇ ਜਾਵੇ ਤੇ ਜਾਵੇ ਕਿੱਥੇ। ਇਸ ਵਾਸਤੇ ਸਭ ਤੋਂ ਪਹਿਲਾਂ ਹੱਕਾਂ ਦੀ ਗੱਲ ਮਾਝੇ ਤੋਂ ਚੱਲੀ ਹੈ, ਸਿੱਖ ਰਾਜ ਦੀ ਗੱਲ ਮਾਝੇ ਤੋਂ ਚੱਲੀ ਹੈ ਤੇ ਜਿਤਨੀਆਂ ਵੀ ਹਕੂਮਤਾਂ ਦੇ ਨਾਲ ਟੱਕਰਾਂ ਲਈਆਂ, ਇਹ ਮਾਝੇ ਦੇ ਭਾਊਆਂ ਨੇ ਲਈਆਂ। ਤੇ ਸਭ ਤੋਂ ਪਹਿਲਾਂ ਮਾਝਾ ਅੱਗੇ ਲੱਗਿਆ ਤੇ ਫਿਰ ਪਿੱਛੇ ਪਿੱਛੇ ਮਾਲਵੇ, ਦੁਆਬੇ ਦੇ ਪੁਆਧ ਵਾਲੇ। ਤੁਹਾਨੂੰ ਮੈਂ ਅੱਗੇ ਵੀ ਦੱਸਿਆ ਕਿ ਭਾਊ ਵੱਡੇ ਭਰਾ ਅੱਗੇ ਲੱਗਦੇ ਨੇ ਤੇ ਪਿੱਛੇ ਪਿੱਛੇ ਫਿਰ ਆਪਣੇ ਛੋਟੇ ਭਰਾ ਹੀ ਲੱਗਦੇ ਨੇ ਜੀ। ਇੰਨੇ ਗਿਆਨ ਦੀ ਪ੍ਰਾਪਤੀ ਹੈ, ਕਿਤੋਂ ਸਿੱਖਿਆ ਹੈ, ਨਾਲੇ ਕਿਹੜੀਆਂ ਕਿਹੜੀਆਂ ਭਾਸ਼ਾਵਾਂ ਅਸੀਂ ਲਿਖ ਲੈਂਦੇ ਹਾਂ ਜਾਂ ਪੜ੍ਹ ਲੈਂਦੇ ਹਾਂ? ਦੇਖੋ ਜੀ, ਜਿਹੜਾ ਗਿਆਨ ਹੈ ਕਦੀ ਵੀ ਨਾ ਖਤਮ ਹੋਣ ਵਾਲਾ ਗਿਆਨ ਹੁੰਦਾ। ਸਮੁੰਦਰ ਦੇ ਵਿੱਚੋਂ ਇੱਕ ਬੂੰਦ ਵੀ ਅਸੀਂ ਸਾਰੀ ਉਮਰ ਪੜ੍ਹੀ ਜਾਈਏ ਤੇ ਇੱਕ ਬੂੰਦ ਵੀ ਨਹੀਂ ਲੈ ਸਕਦੇ। ਤੇ ਇਹ ਥੋੜ੍ਹਾ ਜਿਹਾ ਆਪਣੇ ਵੱਡਿਆਂ ਵਡੇਰਿਆਂ ਨੂੰ ਸੁਣਨਾ ਹੁੰਦਾ। ਜਿਵੇਂ ਅੱਜ ਕੱਲ੍ਹ ਲੋਕ ਜ਼ਿਆਦਾਤਰ ਟਿਕਟੋਕ, ਇੰਸਟਾਗ੍ਰਾਮ ਦੇ ਉੱਤੇ ਸਿਰਫ ਰੀਲਾਂ ਦੇਖੀ ਜਾਂਦੇ, ਪਰ ਉਹਨਾਂ ਦਾ ਕੋਈ ਅੰਤ ਨਹੀਂ ਹੈਗਾ। ਆਪਣੀ ਪਛਾਣ, ਆਪਣੇ ਜਿਹੜਾ ਸੱਭਿਆਚਾਰ ਹੈ, ਠੀਕ ਹੈ, ਆਪਣਾ ਸੱਭਿਆਚਾਰ ਲੋਕਾਂ ਨੇ ਕੁਝ ਹੋਰ ਹੀ ਬਣਾ ਲਿਆ, ਨਾਚੇ ਬਣ ਗਏ ਨੇ। ਪਰ ਮੈਂ ਦੱਸਣਾ ਚਾਹੁੰਦਾ, ਮਾਝੇ ਦੀ ਧਰਤੀ ਦੇ ਉੱਤੇ ਜਿਤਨੇ ਵੀ ਸਿਰਲੱਥ ਯੋਧੇ ਹੋਏ ਨੇ, ਇਤਿਹਾਸ ਚੁੱਕ ਕੇ ਵੇਖ ਲਓ, ਗਿੱਧਾ ਭੰਗੜਾ ਕੋਈ ਵੀ ਮਾਝੇ ਤੋਂ ਨਹੀਂ ਚੱਲਿਆ, ਸਭ ਮਾਲਵੇ ਦੀ ਹੈ, ਸਭ ਮਾਲਵੇ ਤੋਂ ਹੀ ਚੱਲਿਆ।
ਮਾਲਵੇ ਦੇ ਅੱਜ ਵੀ ਗਿੱਧਾ ਚੱਲਦਾ, ਮਲਵਈ ਗਿੱਧਾ ਲੋਕੀ ਅੱਜ ਕੱਲ ਸੱਦਦੇ ਨੇ ਉੱਥੋਂ। ਤੇ ਜੇਕਰ ਸੂਰਬੀਰ ਬਹਾਦਰਾਂ ਦੀ ਗੱਲ ਆਉਂਦੀ ਹੈ, ਜਰਨੈਲਾਂ ਦੀ ਗੱਲ ਆਉਂਦੀ, ਚਾਹੇ ਰਾਜਨੀਤੀ ਦੇ ਵਿੱਚ, ਉਹ ਜਰਨੈਲ ਮਾਝੇ ਦੀ ਧਰਤੀ ਤੋਂ ਆਉਂਦੇ ਨੇ, ਕਿਉਂਕਿ ਉਹਨਾਂ ਦੀ ਸੋਚ ਜਿਹੜੀ ਹੈ ਉਹ ਰਾਜਨੀਤੀ ਵਾਲੀ ਹੁੰਦੀ ਹੈ ਤੇ ਪੂਰੀ ਜੰਗਜੂ ਸੋਚ ਅਸੀਂ ਕਹਿ ਸਕਦੇ ਹਾਂ, ਜ਼ਰਖੇਜ਼ ਧਰਤੀ। ਤੇ ਇਸੇ ਤਰ੍ਹਾਂ ਹੀ ਆਪਾਂ ਨੂੰ ਮਾਣ ਪ੍ਰਾਪਤ ਹੋਇਆ ਕੁਛ ਭਾਸ਼ਾਵਾਂ ਸਿੱਖਣ ਦਾ। ਜਿਵੇਂ ਉਰਦੂ ਭਾਸ਼ਾ ਹੈ, ਉਹਦੀਆਂ 5 ਕਿਤਾਬਾਂ ਮੈਂ ਪੜ੍ਹੀਆਂ, ਤੇ ਸ਼ਾਹਨਾਮਾ ਇਸਲਾਮ ਮੈਂ ਪੜ੍ਹਿਆ ਜੋ ਫਿਰਦੌਸੀ ਦਾ ਲਿਖਿਆ ਹੋਇਆ, ਤੇ ਮੁਹੰਮਦ ਇਕਬਾਲ ਸਾਹਿਬ ਦੀਆਂ ਕਿਤਾਬਾਂ ਪਿੱਛੇ ਤੁਸੀਂ ਦੇਖ ਸਕਦੇ ਹੋ, ਸਾਹਿਰ ਲੁਧਿਆਣਵੀ, ਹਫੀਜ਼ ਦੀਆਂ ਕਿਤਾਬਾਂ, ਫਿਰਦੌਸੀ ਦੀਆਂ ਕਿਤਾਬਾਂ ਸਾਰੀਆਂ ਪਈਆਂ, ਪਵਿੱਤਰ ਗ੍ਰੰਥ, ਭਾਈ ਕਾਹਨ ਸਿੰਘ ਜੀ ਨਾਭਾ ਦਾ ਮਹਾਨ ਕੋਸ਼ ਦੇਖ ਸਕਦੇ ਹੋ, ਪੰਥ ਪ੍ਰਕਾਸ਼ ਪਿਆ ਰਤਨ ਸਿੰਘ ਜੀ ਭੰਗੂ ਦਾ ਜੋ ਕਿ ਮਾਝੇ ਦੀ ਧਰਤੀ ਤੋਂ ਹੀ ਹੋਏ ਆ, ਤੇ ਹੋਰ ਇਤਿਹਾਸਿਕ ਸੂਰਮਿਆਂ ਦੀਆਂ ਕਿਤਾਬਾਂ ਪਿੱਛੇ ਤੁਸੀਂ ਦੇਖ ਸਕਦੇ ਹੋ। ਇਹਨਾਂ ਕਿਤਾਬਾਂ ਤੋਂ ਹੀ ਸਾਨੂੰ ਗਿਆਨ ਮਿਲਦਾ। ਜੇਕਰ ਅਸੀਂ ਕਹੀਏ ਕਿ ਵੀ ਸਾਰਾ ਦਿਨ ਅਸੀਂ YouTube ਤੋਂ ਸੁਣ ਕੇ ਗਿਆਨ ਹਾਸਲ ਕਰਾਂਗੇ, ਨਹੀਂ, YouTube ਦੇ ਉੱਤੋਂ ਗਿਆਨ ਸੁਣ ਕੇ ਅਸੀਂ ਹਾਸਲ ਤਾਂ ਕਰੀਏ, ਪਰ ਉਸ ਗਿਆਨ ਨੂੰ ਵਿਚਾਰੀਏ ਵੀ ਕਿ ਵੀ ਜਿੰਨੇ ਗੱਲ ਬੋਲੀ ਇਹ ਸਹੀ ਬੋਲੀ ਕਿ ਨਹੀਂ ਬੋਲੀ। ਅਸੀਂ ਜਦ ਨਿਰਣਾ ਨਹੀਂ ਕਰਦੇ ਤੇ ਫਿਰ ਸਾਡੇ ਵਿੱਚੋਂ ਗਿਆਨ ਦੀ ਜਿਹੜੀ ਭਾਵਨਾ ਉਹ ਘਟ ਜਾਂਦੀ ਹੈ। ਤੇ ਉਰਦੂ ਤੋਂ ਲੈ ਕੇ ਫਾਰਸੀ ਤੱਕ ਮੈਂ ਜਿਹੜਾ ਇਲਮ ਹੈ ਉਹ ਜਾਣਦਾ ਹਾਂ। ਇਹ ਸਭ ਆਪਣੇ ਗੁਰੂਆਂ ਦੀ ਮਿਹਰ ਤੇ ਸ਼ਹੀਦਾਂ ਸਿੰਘਾਂ ਦਾ ਇਤਿਹਾਸ ਪੜ੍ਹ ਕੇ, ਕਿਉਂਕਿ ਮੈਂ ਜ਼ਿਆਦਾ ਸ਼ਹੀਦਾਂ ਸਿੰਘਾਂ ਨੂੰ ਪੂਜਦਾ, ਕਿਉਂਕਿ ਸ਼ਹੀਦ ਹੀ ਸਾਡੇ ਸਰਮਾਇਆ ਨੇ, ਤੇ ਸ਼ਹੀਦ ਹੀ ਸਾਡਾ ਇਸ ਮਾਝੇ ਦੀ ਧਰਤੀ ਦੇ ਉੱਤੇ ਜੋ ਕਿ ਮਾਣ ਪ੍ਰਾਪਤ ਹੁੰਦਾ। ਸਾਨੂੰ ਇਸ ਮਾਝੇ ਦੀ ਧਰਤੀ 'ਤੇ ਜਨਮ ਲਿਆ ਤੇ ਅੱਗੋਂ ਵੀ ਲੈਂਦੇ ਰਹੀਏ, ਇਹੀ ਮਾਣ ਸਾਨੂੰ ਮਿਲਦਾ ਰਵੇ। ਅਸੀਂ ਮਾਝੇ ਦੇ ਮਜੈਲ ਤੇ ਭਾਊ ਸਦਾ ਅਖਵਾਉਣ ਦੇ ਉੱਤੇ ਸਾਨੂੰ ਮਾਣ ਹੈ, ਤੇ ਸਾਡੇ ਦਿਲ ਦੇ ਵਿੱਚ ਬੜੀ ਖੁਸ਼ੀ ਹੈ ਕਿ ਅਸੀਂ ਮਜੈਲ ਹਾਂ। ਤਾਂ ਬਿਲਕੁਲ ਮੈਂ ਦਰਸ਼ਕਾਂ ਨਾਲ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਸਾਡਾ ਕਿਸੇ ਦੁਆਬਾ ਜਾਂ ਮਾਲਵੇ ਨਾਲ ਕੋਈ ਠੇਸ ਪਹੁੰਚਾਉਣ ਦੀ ਗੱਲ ਨਹੀਂ ਆ, ਪਰ ਮਾਝੇ ਦਾ ਇਤਿਹਾਸ ਲੈ ਕੇ ਸਾਹਮਣੇ ਆਇਆ। ਬਿਲਕੁਲ ਜੇ ਸਾਨੂੰ ਹੋਰ ਐਸੇ ਮੌਕੇ ਮਿਲਣਗੇ ਕਿ ਅਸੀਂ ਦੁਆਬਾ ਜਾਂ ਮਾਲਵੇ ਦਾ ਵੀ ਇਤਿਹਾਸ ਲੈ ਕੇ ਪਹੁੰਚਾਂਗੇ। ਪਰ ਮਨਪ੍ਰੀਤ ਸਿੰਘ ਜੀ, ਆਪਾਂ ਇੱਕ ਗੱਲ ਤੁਹਾਨੂੰ ਪੁੱਛਣੀ ਚਾਹਾਂਗੇ, ਸੰਤ ਗਿਆਨੀ ਭਿੰਡਰਾਂਵਾਲੇ ਜਿਹੜੇ ਕਿ ਮੇਰੇ ਖਿਆਲ ਮਾਲਵੇ ਸੀਗੇ, ਤੇ ਉਹ ਵੀ ਇੱਥੇ ਆਏ ਨੇ, ਮਾਝੇ 'ਚ ਹੀ ਕਿਉਂ ਡੇਰੇ ਲੱਗਦੇ ਨੇ ਇਹਨਾਂ ਦੇ? ਦੇਖੋ, ਮਾਝੇ ਦੇ ਡੇਰੇ ਲੱਗਣ ਦਾ ਕਾਰਨ ਹੀ ਮੈਂ ਅੱਗੇ ਤੁਹਾਨੂੰ ਦੱਸਿਆ ਕਿ ਵੱਡੇ ਭਰਾਵਾਂ ਦੇ ਨਾਲ ਹੀ ਸਾਰੇ ਆ ਕੇ ਰਲਦੇ ਆ, ਤੇ ਭਾਊਆਂ ਤੋਂ ਬਗੈਰ ਕੋਈ ਵੀ ਜੰਗ ਪੰਜਾਬ ਦੀ ਅਧੂਰੀ ਹੈ। ਜਿਤਨਾ ਚਿਰ ਤੱਕ ਭਾਊ ਅੱਗੇ ਨਾ ਲੱਗਣ, ਕਿਉਂਕਿ ਜਿਹੜੇ ਮਾਝੇ ਵਾਲੇ ਨੇ ਇਹ ਅਸਲ ਦੇ ਵਿੱਚ ਕਮਾਂਡੋ ਵਾਰ ਇਹਨਾਂ ਦੇ ਵਿੱਚ ਸ਼ੁਰੂ ਤੋਂ ਹੀ ਹੈ, ਕੁਦਰਤੀ ਹੈ, ਜਿਹਨੂੰ ਅਸੀਂ ਕਮਾਂਡੋ ਯੁੱਧ ਕਹਿੰਦੇ ਆ, ਜਿਹਨੂੰ ਅਸੀਂ ਜਿਹੜੇ ਮਰੀਨਜ਼ ਕਹਿੰਦੇ ਆ ਇੰਗਲਿਸ਼ ਦੇ ਵਿੱਚ, ਪਰ ਕਮਾਂਡੋ ਟ੍ਰੇਨਿੰਗ ਇਹਨਾਂ ਦੇ ਵਿੱਚ ਕੁਦਰਤੀ ਹੈ। ਇਸ ਕਰਕੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਇੱਥੇ ਮਾਝੇ ਦੀ ਧਰਤੀ ਦੇ ਵਿੱਚੋਂ ਰਾਜ ਸਥਾਪਿਤ ਕੀਤਾ। ਉਹਦਾ ਕਾਰਨ ਸਭ ਤੋਂ ਵੱਡਾ ਇਹ ਸੀ ਕਿ ਵੀ ਸਭ ਤੋਂ ਵੱਡਾ ਅਕਾਲ ਦਾ ਤਖਤ ਇਸ ਮਾਝੇ ਦੀ ਧਰਤੀ 'ਤੇ ਹੈ, ਜੋ ਸਾਨੂੰ ਸ਼ਕਤੀ ਅਤੇ ਭਗਤੀ ਦੇ ਨਾਲ ਜੋੜਦਾ ਹੈ। ਇਸ ਵਾਸਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਚਾਹੇ ਕੋਈ ਵੀ ਮਹਾਂਪੁਰਸ਼ ਹੋਏ ਨੇ, ਉਹਨਾਂ ਨੇ ਇੱਥੋਂ ਆ ਕੇ ਹੀ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਸੋਢੀ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰ ਤੋਂ, ਤੇ ਅਕਾਲ ਤਖਤ ਤੋਂ ਸ਼ਕਤੀ ਲੈ ਕੇ ਫਿਰ ਹਕੂਮਤਾਂ ਦੇ ਦੰਦ ਖੱਟੇ ਕੀਤੇ ਨੇ। ਤੇ ਸਾਏ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਹੁਣ ਅੱਜ ਵੀ ਜਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਨਾਂ ਲਿੱਤਾ ਜਾਂਦਾ, 20ਵੀਂ ਸਦੀ ਦੇ ਮਹਾਨ ਯੋਧੇ ਆਖਿਆ ਜਾਂਦਾ, ਤੇ ਹਰ ਕਿਸੇ ਸਿੱਖ ਤੇ ਹਿੰਦੂ, ਚਾਹੇ ਮੁਸਲਮਾਨ ਹੋਵੇ ਚਾਹੇ ਈਸਾਈ ਹੋਵੇ, ਉਹਦਾ ਸੀਨਾ ਛਾਤੀ ਪੂਰੀ 56 ਇੰਚ ਤੋਂ ਵੀ ਚੌੜੀ ਹੋ ਜਾਂਦੀ ਹੈ, ਕਿਉਂਕਿ ਮਹਾਂਪੁਰਸ਼ਾਂ ਦਾ ਨਾਂ ਹੀ ਇਤਨਾ ਬਲੀ ਹੈ। ਬਾਕੀ ਉਹਨਾਂ ਦੇ ਦਰਸ਼ਨ ਜਿਨ੍ਹਾਂ ਨੇ ਕੀਤੇ ਨੇ ਉਹਦਾ ਧੰਨ ਹੀ ਹੋ ਗਏ ਨੇ। ਤੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਇੱਥੇ ਆ ਕੇ ਰਾਜ ਸਥਾਪਿਤ ਕੀਤਾ, ਸਿੱਖਾਂ ਨੂੰ ਦੱਸਿਆ ਕਿ ਵੀ ਇਹਨਾਂ ਮਜੈਲਾਂ ਦੇ ਕੋਲ ਜੇਕਰ ਕੋਈ ਚੀਜ਼ ਹੈਗੀ ਹੈ ਉਹ ਸਿਰਫ ਦੰਗਾ ਕਰਨ ਦੀ ਬਿਰਤੀ ਹੈ, ਤੇ ਇਹੀ ਤੁਹਾਨੂੰ ਜਿੱਤ ਪ੍ਰਾਪਤ ਕਰਾ ਸਕਦੇ ਨੇ, ਹੋਰ ਕੋਈ ਨਹੀਂ ਕਰਾ ਸਕਦਾ। ਤਾਂ ਬਿਲਕੁਲ ਗੱਲਬਾਤ ਕੀਤੀ ਹੈ, ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਸਿੰਘ ਤੁਹਾਡਾ। ਤਾਂ ਅਸੀਂ ਇਸੇ ਤਰ੍ਹਾਂ ਇਤਿਹਾਸ ਲੈ ਕੇ ਅੱਗੇ ਆਉਣਾ ਚਾਹੁੰਦੇ ਹਾਂ, ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਇਤਿਹਾਸ ਨੂੰ ਭੁੱਲਦੀ ਜਾ ਰਹੀ ਹੈ, ਲੱਚਰਪੁਣੇ ਦੇ ਵਿੱਚ ਪੈ ਰਹੀ ਹੈ। ਚਲੋ ਕਿਤੇ ਨਾ ਕਿਤੇ ਸੱਭਿਆਚਾਰ ਭੰਗੜੇ ਵਾਲਾ ਵੀ ਅਸੀਂ ਸਾਂਭਿਆ ਹੋਇਆ, ਗਿੱਧੇ ਵਾਲਾ ਵੀ ਅਸੀਂ ਸਾਂਭਿਆ, ਪਰ ਜਿਹੜਾ ਸਾਡੇ ਸੂਰਵੀਰ ਯੋਧਿਆਂ ਦਾ ਜਿਹੜਾ ਇਤਿਹਾਸ ਹੈ, ਮਹਾਂਵੀਰਾਂ ਦਾ ਜਿਹੜਾ ਇਤਿਹਾਸ ਹੈ, ਉਹ ਅਸੀਂ ਕਿਉਂ ਭੁੱਲਦੇ ਜਾ ਰਹੇ ਹਾਂ? ਕਿਤੇ ਨਾ ਕਿਤੇ ਲੈਕ ਆਫ ਨੌਲੇਜ ਹੈ, ਕਿਉਂਕਿ ਅਸੀਂ ਸਾਡੇ ਜਿਹੜੇ ਘਰ ਦੇ ਵੀ ਬੱਚਿਆਂ ਨੂੰ ਮੇਰੇ ਖਿਆਲ ਇਤਿਹਾਸ ਵੱਲ ਨਹੀਂ ਜੋੜਦੇ, ਸ਼ੁਰੂ ਤੋਂ ਹੀ ਉਹ ਸਿੰਗਿੰਗ ਦੇ ਵਿੱਚ ਜਾਂ ਕਿਸੇ ਹੋਰ ਪਲੇਟਫਾਰਮ ਵੱਲ ਤੋਰ ਦਿੰਦੇ ਨੇ, ਤਾਂ ਜੋ ਇਤਿਹਾਸ ਨਾਲ ਉਹਨਾਂ ਦੀ ਜਿਹੜੀ ਇੱਕ ਸਾਂਝ ਰਹਿੰਦੀ ਹੈ ਉਹ ਟੁੱਟ ਜਾਂਦੀ ਹੈ।